प्यारे विद्यार्थियों, ਅਸੀਂ ਆਪਣਾ ਜਿਹੜਾ ਚੈਪਟਰ ਹੈ ਤ੍ਰਿਭੁਜਾਂ ਦੀ ਸਰਬਸੰਮਤਾ ਕੌਨਗਰੈਂਸ ਆਫ ਟ੍ਰਾਇੰਗਲ ਬਾਰੇ ਪੜ੍ਹ ਰਹੇ ਸੀ। ਆਓ ਥੋੜੀ ਦੁਹਰਾਈ ਕਰਨ ਤੋਂ ਬਾਅਦ ਅਸੀਂ ਆਪਣਾ ਲੈਕਚਰ ਹੈ ਜਿਹੜਾ ਉਹ ਕੰਟੀਨਿਊ ਕਰਦੇ ਹਾਂ। ਅਸੀਂ ਕੀਤਾ ਸੀ ਕਿ ਇੱਕ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ, ਤਿੰਨ ਕੋਣ ਤੇ ਤਿੰਨ ਸਿਖਰ ਹੁੰਦੇ ਹਨ, ਜਿਵੇਂ ਕਿ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ। ਟ੍ਰਾਇੰਗਲ ABC ਦੀਆਂ ਤਿੰਨ ਭੁਜਾਵਾਂ AB, BC ਤੇ AC है। इस दे तीन शिखर हैं। किहड़े-किहड़े शिखर हैं? A, B ਅਤੇ तीन ਇਹਦੇ तीन शिखर हैं। इसे तरह इस दे तीन कोण, कोण A, कोण B ਤੇ कोण C है। ਅਸੀਂ ਸਰਬਾਂਗ ਸਮ ਆਕ੍ਰਿਤੀਆਂ ਬਾਰੇ ਵੀ ਪੜਿਆ ਸੀ ਕਿ ਕੋਈ ਵੀ ਦੋ ਆਕ੍ਰਿਤੀਆਂ ਕਦੋਂ ਸਰਬਾਂਗ ਸਮ ਹੁੰਦੀਆਂ ਹਨ। ਜਿਵੇਂ ਸਾਡੇ ਕੋਲ ਤਾਂਸ਼ ਦਾ ਇਹ ਪਹਿਲਾ ਪੱਤਾ ਹੈ, ਇਹ ਤਾਂਸ਼ ਦਾ ਦੂਜਾ ਪੱਤਾ ਹੈ, ਇੱਕ ਦੂਜੇ ਨੂੰ ਪੂਰਾ ਢੱਕ ਲੈਂਦੇ ਹਨ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ। ਇਹ ਸਰਬੰਗ ਸਮ ਹਨ ਕਿਉਂਕਿ ਇਹਨਾਂ ਦੇ ਮਾਪ ਅਤੇ ਆਕਾਰ ਬਰਾਬਰ ਹਨ। ਅਸੀਂ ਕੀਤਾ ਸੀ ਕਿ ਸਰਬੰਗ ਸਮ ਆਕ੍ਰਿਤੀਆਂ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਉਹਨਾਂ ਦਾ ਮਾਪ ਅਤੇ ਆਕਾਰ ਦੋਨੋਂ ਕੀ ਹੋਣੇ ਚਾਹੀਦੇ ਹਨ? ਬਰਾਬਰ ਹੁੰਦੇ ਹਨ, ਜਿਸ ਦੇ ਕਰਕੇ ਉਹ ਇੱਕ ਜਿਹੜਾ ਤਾਂਸ਼ ਦਾ ਪੱਤਾ ਹੈ ਉਹ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਕੀ ਹਨ? ਸਰਬਾਂਗ ਸਮ ਹਨ। ਇਸੇ ਤਰ੍ਹਾਂ ਜੇ ਅਸੀਂ ਕਰੀਏ ਕਿ 50 ਰੁਪਏ ਦਾ ਇਹ ਇੱਕ ਨੋਟ ਹੈ ਦੀ ਪਿਕਚਰ ਹੈ, ਇਹ ਦੂਜੇ 50 ਦੇ ਨੋਟ ਦੀ ਪਿਕਚਰ ਹੈ। ਦੋਨੇ ਪਿਕਚਰ ਦੇ ਵਿੱਚ ਕੀ ਫਰਕ ਹੈ? ਪਹਿਲੀ ਪਿਕਚਰ ਥੋੜੀ ਵੱਡੀ ਸੀ, ਦੂਜੀ ਪਿਕਚਰ ਜਿਹੜੀ ਆਈ ਹੈ ਉਹ ਥੋੜੀ ਛੋਟੀ ਹੈ। ਇਹ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਹੀਂ ਢੱਕ ਸਕਦੀਆਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਆਕ੍ਰਿਤੀਆਂ ਸਰਬਾਂਗ ਸਮ ਨਹੀਂ ਹੈ। ਇਹਨਾਂ ਦੇ ਆਕਾਰ ਤਾਂ ਸਮਾਨ ਹਨ, ਪਰ ਜਿਹੜੇ ਮਾਪ ਹੈ ਉਹ ਬਰਾਬਰ ਨਹੀਂ ਹੈ, ਇਸ ਲਈ ਇਹ ਆਕ੍ਰਿਤੀਆਂ ਸਰਬਾਂਗ ਸਮ ਨਹੀਂ ਹਨ। ਤਾਂ ਸਰਬਾਂਗ ਸਮ ਆਕ੍ਰਿਤੀਆਂ ਦੀ ਕੀ ਡੈਫੀਨੇਸ਼ਨ ਹੈ? ਸਾਡੇ ਕੋਲ ਕੀ ਪਰਿਭਾਸ਼ਾ ਹੈ? ਦੋ ਜਾਂ ਦੋ ਤੋਂ ਵੱਧ ਆਕ੍ਰਿਤੀਆਂ ਜੋ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਣ, ਉਹ ਸਰਬਾਂਗ ਸਮ ਆਕ੍ਰਿਤੀਆਂ ਕਹਾਉਂਦੀਆਂ ਹਨ। ਜਿਵੇਂ ਤਾਂਸ਼ ਦਾ ਪਹਿਲਾ ਪੱਤਾ ਸੀ ਤੇ ਤਾਂਸ਼ ਦਾ ਦੂਜਾ ਪੱਤਾ, ਇਹਨਾਂ ਨੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲਿਆ ਸੀ, ਇਸ ਲਈ ਇਹ ਕੀ ਹਨ? ਸਰਬਾਂਗ ਸਮ ਆਕ੍ਰਿਤੀਆਂ ਹਨ। ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਸੀ ਕਿ ਕਿਹੜੇ ਸਰਬਾਂਗ ਸਮਤਾ ਦੇ ਨਿਯਮ ਕਿੱਥੇ ਯੂਜ਼ ਹੁੰਦਾ ਹੈ। ਅਸੀਂ ਦੇਖਿਆ ਸੀ ਵੀ ਤੱਕੜੀ ਦੇ ਜਿਹੜੇ ਦੋਨੋਂ ਪਾਸੇ ਹਨ ਇੱਕ ਦੂਜੇ ਦੇ ਬਿਲਕੁਲ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਇਸੇ ਤਰ੍ਹਾਂ ਅਗਰ ਅਸੀਂ ਖੇਲ ਦੇ ਮੈਦਾਨਾਂ ਦੀ ਗੱਲ ਕਰੀਏ, ਉਹ ਚਾਹੇ ਫੁੱਟਬਾਲ ਦਾ ਹੈ, ਬਾਸਕਟਬਾਲ ਦਾ ਹੈ, ਤਾਂ ਉਹਦੇ ਵਿੱਚ ਵੀ ਅਸੀਂ ਦੋਨੋਂ ਪਾਸੇ ਦੇ ਜਿਹੜੇ ਗੋਲ ਹੁੰਦੇ ਹਨ ਜਾਂ ਪੋਲ ਹੁੰਦੇ ਹਨ ਉਹ ਇੱਕ ਦੂਜੇ ਦੇ ਸਰਬਾਂਗ ਸਮ ਹੁੰਦੇ ਹਨ, ਜਿਸ ਦੇ ਨਾਲ ਕੋਈ ਵੀ ਜਿਹੜੀ ਪਾਰਸ਼ੈਲਿਟੀ ਹੈ ਉਹ ਨਾ ਹੋਵੇ। ਇਸੇ ਤਰ੍ਹਾਂ ਤਾਂਸ਼ ਦੇ ਜਿਹੜੇ ਪੱਤੇ ਹਨ ਉਹ ਕੀ ਹੁੰਦੇ ਹਨ? ਇੱਕ ਦੂਜੇ ਦੇ ਸਰਬਾਂਗ ਸਮ ਹੁੰਦੇ ਹਨ, ਤਾਂ ਹੀ ਇੱਕ ਤਾਂਸ਼ ਦੀ ਗੁੱਟੀ ਦੇ ਵਿੱਚ ਉਹ ਆ ਜਾਂਦੇ ਹਨ। ਅਸੀਂ ਹੋਰ ਵੀ ਉਦਾਹਰਨਾਂ ਲੈ ਸਕਦੇ ਹਾਂ, ਜਿਵੇਂ ਬਲੇਟਾਂ ਦੀ ਡੱਬੀ ਹੁੰਦੀ ਹੈ, ਉਹਦੇ ਵਿੱਚ ਜਿੰਨੇ ਵੀ ਬਲੇਟ ਹੁੰਦੇ ਹਨ ਉਹ ਇੱਕ ਦੂਜੇ ਦੇ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਆਓ ਹੁਣ ਅਸੀਂ ਤ੍ਰਿਭੁਜਾਂ ਦੀ ਸਰਬਸੰਮਤਾ ਬਾਰੇ ਸੋਚੀਏ। ਦੋ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਕਰਨ ਲਈ ਸਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ? ਅਸੀਂ ਕਹਿੰਦੇ ਹਾਂ ਕਿ ਦੋ ਤ੍ਰਿਭੁਜਾਂ ਸਰਬਾਂਗ ਸਮ ਹਨ, ਤਾਂ ਉਹਨਾਂ ਨੂੰ ਸਰਬਾਂਗ ਸਮ ਸ਼ੋ ਕਰਨ ਲਈ ਅਸੀਂ ਕੀ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਹੈ? ਸਰਬਾਂਗ ਸਮ ਤ੍ਰਿਭੁਜਾਂ, ਮੇਰੀ ਇੱਕ ਤ੍ਰਿਭੁਜ ABC ਹੈ ਤੇ ਦੂਜੀ ਤ੍ਰਿਭੁਜ ਕੀ ਹੈ? DEF ਹੈ। ਜੇ ਅਸੀਂ ਦੇਖਣ ਨਾਲ ਦੇਖੀਏ ਤਾਂ ਦੋਨੋਂ ਤ੍ਰਿਭੁਜਾਂ ਇੱਕ ਦੂਜੇ ਨੂੰ ਨਹੀਂ ਢੱਕ ਸਕਦੀਆਂ, ਪਰ ਜੇਕਰ ਮੈਂ ਹੁਣ ਦੇਖੋ ਇਹ ਨਹੀਂ ਢੱਕ ਰਹੀ, ਪਰ ਇਹ ਨਹੀਂ ਵੀ ਇਹ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹਨ। ਮੰਨ ਲਓ ਮੈਂ ਕੀ ਕਰਦਾ ਹਾਂ, ਇਸ ਤ੍ਰਿਭੁਜ ਨੂੰ ਥੋੜਾ ਰੋਟੇਟ ਕਰ ਲੈਂਦਾ ਹਾਂ। ਹੁਣ ਰੋਟੇਟ ਕਰਨ ਤੋਂ ਬਾਅਦ ਅਗਰ ਹੁਣ ਮੈਂ ਦੇਖਾਂ ਕਿ ਇਹ ਤ੍ਰਿਭੁਜ ਦੂਜੀ ਤ੍ਰਿਭੁਜ ਨੂੰ ਪੂਰੀ ਤਰ੍ਹਾਂ ਢੱਕਦੀ ਹੈ, ਹਾਂ ਢੱਕ ਰਹੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਤ੍ਰਿਭੁਜ ABC ਤੇ DEF ਇਹ ਕੀ ਹਨ? ਸਰਬਾਂਗ ਸਮ ਤ੍ਰਿਭੁਜਾਂ ਹਨ। ਯਾਨੀ ਕਿ ਅਗਰ ਇੱਕ ਤ੍ਰਿਭੁਜ ਦੂਜੀ ਤ੍ਰਿਭੁਜ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਦੋਨੋਂ ਤ੍ਰਿਭੁਜਾਂ ਕੀ ਹਨ? ਸਰਬਾਂਗ ਸਮ ਤ੍ਰਿਭੁਜਾਂ ਹਨ। ਦੋ ਤ੍ਰਿਭੁਜਾਂ ਸਰਬਾਂਗ ਸਮ ਹੁੰਦੀਆਂ ਹਨ ਜੇਕਰ ਇਹ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ। ਇਹ ਉਦੋਂ ਹੀ ਸੰਭਵ ਹੈ ਜਦੋਂ ਦੋਨੋਂ ਤ੍ਰਿਭੁਜਾਂ ਦੇ ਸੰਗਤ ਭਾਗ
ਤੁਹਾਨੂੰ ਪਤਾ ਹੈ ਕਿਸੇ ਤ੍ਰਿਭੁਜ ਦੇ ਕਿੰਨੇ ਸੰਗਤ ਭਾਗ ਹੁੰਦੇ ਹਨ? 6। 3 ਕੋਣ ਤੇ 3 ਭੁਜਾਵਾਂ। ਬੱਚਿਓ ਇਹ ਤੁਸੀਂ ਯਾਦ ਰੱਖਣਾ ਹੈ ਕਿ ਕਿਸੇ ਵੀ ਤ੍ਰਿਭੁਜ ਦੇ ਕਿੰਨੇ ਭਾਗ ਹੁੰਦੇ ਹਨ? 6 ਭਾਗ। 3 ਕੋਣ ਤੇ 3 ਭੁਜਾਵਾਂ। ਅਗਰ ਦੋ ਤ੍ਰਿਭੁਜਾਂ ਸਰਬੰਗ ਸਮ ਹਨ ਤਾਂ ਉਹਨਾਂ ਦੇ ਜਿਹੜੇ ਸੰਗਤ ਭਾਗ ਹਨ 3 ਕੋਣ ਤੇ 3 ਭੁਜਾਵਾਂ ਉਹ ਕੀ ਹੋਣੀਆਂ ਚਾਹੀਦੀਆਂ ਹਨ? ਬਰਾਬਰ ਹੋਣੀਆਂ ਚਾਹੀਦੀਆਂ ਹਨ। ਯਾਨੀ ਕਿ ਅਸੀਂ ਕਹਿੰਦੇ ਹਾਂ ਕਿ ਦੋ ਸਰਬੰਗ ਸਮ ਤ੍ਰਿਭੁਜਾਂ ਦੇ 6 ਸੰਗਤ ਭਾਗ ਬਰਾਬਰ ਹੁੰਦੇ ਹਨ। ਉਹ 6 ਸੰਗਤ ਭਾਗ ਬਰਾਬਰ ਕਰਨ ਲਈ ਅਸੀਂ ਇਹ ਵੀ ਕੀਤਾ ਸੀ ਕਿ ਅਗਰ ਅਸੀਂ ਕਿਸੇ ਵੀ ਆਕ੍ਰਿਤੀਆਂ ਨੂੰ ਸਰਬੰਗ ਸਮ ਲਿਖਣਾ ਹੈ ਤਾਂ ਅਸੀਂ ਕਿਹੜਾ ਚਿੰਨ੍ਹ ਯੂਜ਼ ਕਰਦੇ ਹਾਂ? ਬਰਾਬਰ ਦੇ ਉੱਪਰ ਅਸੀਂ ਇੱਕ ਲਾਈਨ ਲਗਾਈ ਸੀ, ਤਾਂ ਇਸ ਨੂੰ ਅਸੀਂ ਕੀ ਬੋਲਦੇ ਹਾਂ? ਸਰਬੰਗ ਸਮਤਾ ਦਾ ਚਿੰਨ੍ਹ। ਯਾਨੀ ਕਿ ਤ੍ਰਿਭੁਜ ABC ਸਰਬੰਗ ਸਮ ਹੈ ਤ੍ਰਿਭੁਜ DEF। ਅਸੀਂ ਕਿਹਾ ਕਿ ਦੋਨੋਂ ਤ੍ਰਿਭੁਜਾਂ ਸਰਬੰਗ ਸਮ ਹਨ, ਤਾਂ ਇਹਦਾ ਮਤਲਬ ਇਹ ਕੀ ਹੋ ਗਿਆ ਵੀ AB ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? DE ਦੇ। BC ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? EF ਦੇ। AC ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? DF ਦੇ। ਇਸੇ ਤਰ੍ਹਾਂ ਕੌਣ A ਹੈ ਜਿਹੜਾ ਉਹ ਕੌਣ D ਦੇ ਬਰਾਬਰ ਹੋਊਗਾ, ਕੌਣ B ਹੈ ਜਿਹੜਾ ਉਹ E ਦੇ ਬਰਾਬਰ ਹੋਊਗਾ, ਤੇ ਕੌਣ C ਹੈ ਜਿਹੜਾ ਉਹ ਕੌਣ F ਦੇ ਬਰਾਬਰ ਹੋਊਗਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੋਂ ਤ੍ਰਿਭੁਜਾਂ ਕੀ ਹੈ? ਸਰਬੰਗ ਸਮ ਹੈ। ਇੱਕ ਇਹ ਜ਼ਰੂਰ ਯਾਦ ਰੱਖਣਾ ਹੈ ਜਦੋਂ ਵੀ ਸਰਬੰਗ ਸਮਤਾ ਦਾ ਨਿਯਮ ਲਿਖਣਾ ਹੈ, ਅਗਰ ਅਸੀਂ ਸੰਗਤ ਭਾਗ ਹਨ ਜਿਹੜੇ ਉਹ ਸੇਮ ਪੋਜੀਸ਼ਨ ਤੇ ਲਿਖਣੇ ਆ। ਅਗਰ ਮੈਂ ਇਹਨੂੰ ਲਿਖਾਂ ਵੀ ਤ੍ਰਿਭੁਜ ABC ਸਰਬੰਗ ਸਮ ਹੈ ਤ੍ਰਿਭੁਜ EDF, ਤੇ ਮੇਰਾ ਕੀ ਹੋਏਗਾ? ਰੋਂਗ ਹੋਊਗਾ, ਕਿਉਂਕਿ ਅਸੀਂ ਕਿਹਾ ਕੌਣ A D ਦੇ ਬਰਾਬਰ ਹੈ, ਜਿਹੜਾ A ਹੈ ਉਹ D ਦੇ ਬਰਾਬਰ ਹੈ। ਪਰ ਅਗਰ ਅਸੀਂ ਇਦਾਂ ਲਿਖਿਆ ਤਾਂ ਇਹ ਕੀ ਸ਼ੋ ਕਰ ਰਿਹਾ ਹੈ ਕਿ ਸੰਗਤ ਭਾਗ A ਹੈ ਜਿਹੜਾ ਕੌਣ A ਉਹ ਕੌਣ E ਦੇ ਬਰਾਬਰ ਹੈ, ਪਰ ਕੌਣ A ਹੈ ਜਿਹੜਾ ਉਹ D ਦੇ ਬਰਾਬਰ ਹੈ। ਇਸ ਕਰਕੇ ਜਦੋਂ ਵੀ ਅਸੀਂ ਤ੍ਰਿਭੁਜਾਂ ਦੇ ਸਰਬਸੰਮਤਾ ਦੇ ਨਿਯਮ ਨੂੰ ਲਿਖਣਾ ਹੈ ਤਾਂ ਉਹਨਾਂ ਦੀ ਜਿਹੜਾ ਸੰਗਤ ਭਾਗ ਹਨ ਉਹ ਸੇਮ ਪੋਜੀਸ਼ਨ ਤੇ ਹੋਣੇ ਚਾਹੀਦੇ ਹਨ। ਜਿਵੇਂ ਅਸੀਂ ਕਿਹਾ ਕਿ AB ਭੁਜਾ ਹੈ ਜਿਹੜੀ ਉਹ DE ਦੇ ਬਰਾਬਰ ਹੈ, AB ਹੈ ਜਿਹੜੀ ਉਹ DE ਦੇ ਬਰਾਬਰ ਹੈ, ਔਰ ਸਾਫ਼ ਪਤਾ ਲੱਗ ਰਿਹਾ। ਪਰ ਇਹਦੇ ਵਿੱਚ ਅਗਰ ਮੈਂ ਦੇਖਾਂ ਤਾਂ AB ਭੁਜਾ ਕਿਸ ਦੇ ਬਰਾਬਰ ਆ ਰਹੀ ਹੈ? ED ਦੇ। ਠੀਕ ਹੈ, ਪਰ ਲੱਗ ਤਾਂ ਇਹ ਠੀਕ ਰਿਹਾ, ਪਰ ਇਹਦਾ ਜਿਹੜਾ A ਅਤੇ E ਹੈ ਇਹ ਕੌਣ ਹੈ ਜਿਹੜੇ ਉਹ ਬਰਾਬਰ ਨਹੀਂ ਆ ਰਹੇ। ਇਸ ਕਰਕੇ ਜਦੋਂ ਵੀ ਅਸੀਂ ਸਰਬੰਗ ਸਮ ਤ੍ਰਿਭੁਜਾਂ ਦੇ ਨਿਯਮ ਨੂੰ ਲਿਖਣਾ ਹੈ ਤਾਂ ਜਿਹੜਾ ਆਰਡਰ ਹੈ ਉਹ ਜ਼ਰੂਰ ਜਿਹੜਾ ਹੈ ਸੇਮ ਹੋਣਾ ਚਾਹੀਦਾ ਹੈ, ਸੰਗਤ ਭਾਗ ਸੇਮ ਪੋਜੀਸ਼ਨ ਤੇ ਹੋਣੇ ਚਾਹੀਦੇ ਹਨ। ਆਓ ਅਸੀਂ ਕੁਝ ਉਦਾਹਰਨਾਂ ਲੈ ਕੇ ਆਪਣੇ ਜਿਹੜੇ ਡਾਊਟ ਹਨ ਉਹ ਕਲੀਅਰ ਕਰਦੇ ਹਾਂ। ਜੇਕਰ ਤ੍ਰਿਭੁਜ ABC ਅਤੇ ਤ੍ਰਿਭੁਜ PQR ਸੁਮੇਲ ABC RQP ਦੇ ਅੰਤਰਗਤ ਸਰਬਾਂਗ ਸਮ ਹੋਣ ਤਾਂ ਤ੍ਰਿਭੁਜ ABC ਦੇ ਉਹ ਭਾਗ ਲਿਖੋ ਜਿਹੜੇ ਹੇਠ ਲਿਖਿਆਂ ਦੇ ਸੰਗਤ ਹੋਣ। ਦੇਖੋ ਹੁਣ ਸਾਨੂੰ ਕੀ ਹੈ ਕਿ ABC ਹੈ ਜਿਹੜੀ, ਹੁਣ ਆਪਾਂ ਕੀ ਕਰਦੇ ਹਾਂ ABC ਤ੍ਰਿਭੁਜ ਬਣਾ ਲੈਂਦੇ ਹਾਂ। ਹੁਣ ਉਹ ਕਿਸ ਦੇ ਸਰਬਾਂਗ ਸਮ ਹੈ? ਤ੍ਰਿਭੁਜ RQP। ਹੁਣ ਅਸੀਂ ਉਹਦੇ PQR ਨਹੀਂ ਲਿਖਣਾ, ਅਸੀਂ ਕੀ ਲਿਖਾਂਗੇ? RQ ਤੇ P। ਅਸੀਂ ਇਦਾਂ ਵੀ ਲਿਖ ਸਕਦੇ ਹਾਂ ਵੀ ਤ੍ਰਿਭੁਜ ABC ਸਰਵਾਂਗ ਸਮ ਹੈ ਤ੍ਰਿਭੁਜ RQP। ਇਹ ਸਾਡਾ ਸਰਬਾਂਗ ਸਮਤਾ ਦਾ ਕੀ ਬਣ ਗਿਆ? ਨਿਯਮ ਬਣ ਗਿਆ। ਹੁਣ ਸਾਨੂੰ ਕੀ ਪੁੱਛਿਆ ਕਿ ਤ੍ਰਿਭੁਜ ABC ਦੇ ਉਹ ਭਾਗ ਲਿਖੋ ਜਿਹੜੇ ਹੇਠ ਲਿਖਿਆਂ ਦੇ ਸੰਗਤ ਹੋਣ। ਕੌਣ P, ਹੁਣ ਅਸੀਂ ਗੱਲ ਕਰੀਏ ਕੌਣ P ਕਿਸ ਦੇ ਬਰਾਬਰ ਹੋਏਗਾ? ਕੌਣ C ਦੇ। ਅਸੀਂ ਉਹਦੇ ਵੀ ਦੇਖ ਸਕਦੇ ਹਾਂ ਕੌਣ P ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? ਕੌਣ C ਦੇ। ਤਾਂ ਪਹਿਲੇ ਵਿੱਚ ਅਸੀਂ ਲਿਖ ਸਕਦੇ ਹਾਂ ਵੀ ਕੌਣ P ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ? ਕੌਣ C ਦੇ। ਐਦਾਂ ਹੀ ਕੌਣ Q ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? B ਦੇ। ਅਸੀਂ ਉਹਦੇ ਵੀ ਦੇਖ ਸਕਦੇ ਹਾਂ ਵੀ ਕੌਣ Q ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? ਕੌਣ B ਦੇ। ਐਦਾਂ ਹੀ ਥਰਡ RP। ਅਗਰ ਅਸੀਂ RP ਦੀ ਗੱਲ ਕਰੀਏ, RP ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? AC ਦੇ। RP ਦੀ ਅਗਰ ਅਸੀਂ ਕਰ ਰਹੇ ਹਾਂ ਤਾਂ ਉਹ ਕਿਸ ਦੇ ਬਰਾਬਰ ਹੋਏਗੀ? AC ਦੇ। ਇਸੇ ਤਰ੍ਹਾਂ ਅਸੀਂ ਹੋਰ ਸੰਗਤ ਭਾਗ ਵੀ ਲਿਖ ਸਕਦੇ ਹਾਂ।
अगर मैं पूछा भी ए है जिहड़ा कौन ए वो किस दे बराबर होएगा? हाँ जी, कौन ए किस दे बराबर होएगा? कौन आर दे। ਅਸੀਂ ਬਾਕੀ ਸੰਗਤ ਭਾਗ ਵੀ ਲਿਖ ਸਕਦੇ ਹਾਂ। ਤਾਂ ਕੋਣਾਂ ਦੀ ਤਾਂ ਗੱਲ ਹੋ ਗਈ। ਜੇ ਅਸੀਂ ਭੁਜਾਵਾਂ ਦੀ ਗੱਲ ਕਰੀਏ, BC ਭੁਜਾ ਕਿਸ ਦੇ ਬਰਾਬਰ ਹੋਏਗੀ? QP ਦੇ। ਇਸੇ ਤਰ੍ਹਾਂ AB ਉਹ ਕਿਸ ਦੇ ਬਰਾਬਰ ਹੋਏਗੀ? RQ ਦੇ। ਯਾਨੀ ਕਿ ਅਗਰ ਸਾਡੀਆਂ ਦੋ ਤ੍ਰਿਭੁਜਾਂ ਸਰਬਾਂਗ ਸਮ ਹਨ ਤਾਂ ਉਹਨਾਂ ਦੇ ਜਿਹੜੇ 6 ਸੰਗਤ ਭਾਗ ਹਨ, 3 ਭੁਜਾਵਾਂ ਤੇ ਤਿੰਨੇ ਕੋਣ, ਉਹ ਕੀ ਹੋਣਗੇ? ਬਰਾਬਰ ਹੋਣਗੇ। ਅਭਿਆਸ 7.1 ਹੁਣ ਅਸੀਂ ਅਭਿਆਸ 7.1 ਹੈ ਜਿਹੜੀ ਉਹ ਆਪਣੀ ਸ਼ੁਰੂ ਕਰਦੇ ਹਾਂ। ਹੇਠ ਲਿਖੇ ਕਥਨਾਂ ਨੂੰ ਪੂਰਾ ਕਰੋ। ਅਸੀਂ ਹੇਠ ਲਿਖੇ ਕਥਨ ਹੈ ਜਿਹੜੇ ਉਹ ਪੂਰੇ ਕਰਨੇ ਹਨ। ਪਹਿਲਾ ਇਹ ਹੈ, ਦੋ ਰੇਖਾਖੰਡ ਸਰਬਾਂਗ ਸਮ ਹੁੰਦੇ ਹਨ ਜੇਕਰ ਡੈਸ਼। ਹੁਣ ਅਸੀਂ ਕੀਤਾ ਸੀ ਆਪਣੇ ਪਿਛਲੇ ਲੈਕਚਰ ਦੇ ਵਿੱਚ, ਦੋ ਰੇਖਾਖੰਡ ਕਦੋਂ ਸਰਬਾਂਗ ਸਮ ਹੁੰਦੇ ਹਨ? ਜੇਕਰ ਉਹਨਾਂ ਦਾ ਜਿਹੜਾ ਮਾਪ ਹੈ ਉਹ ਕੀ ਹੋਵੇ? ਬਰਾਬਰ ਹੋਵੇ। ਜੇਕਰ ਮਾਪ ਬਰਾਬਰ ਹੋਵੇ, ਯਾਨੀ ਕਿ ਉਹਨਾਂ ਦਾ ਜਿਹੜਾ ਮਾਪ ਹੈ ਉਹ ਕੀ ਹੋਣਾ ਚਾਹੀਦਾ ਹੈ? ਬਰਾਬਰ ਹੋਣਾ ਚਾਹੀਦਾ ਹੈ। ਇਹਦਾ ਮਤਲਬ ਮੰਨ ਲਓ AB ਰੇਖਾਖੰਡ ਦੀ ਮੇਰੀ ਜਿਹੜੀ ਲੰਬਾਈ ਹੈ ਉਹ 6 ਸੈਂਟੀਮੀਟਰ ਹੈ ਤੇ PQ ਰੇਖਾਖੰਡ ਦੀ ਲੰਬਾਈ ਵੀ ਜਿਹੜੀ ਹੈ 6 ਸੈਂਟੀਮੀਟਰ ਹੈ। ਇਹ ਦੋਨੋਂ ਕੀ ਹੈ? ਬਰਾਬਰ ਹਨ ਲੰਬਾਈਆਂ। ਤਾਂ ਅਸੀਂ ਕਹਾਂਗੇ ਦੋਨੋਂ ਰੇਖਾਖੰਡ ਕੀ ਹਨ? ਸਰਬਾਂਗ ਸਮ ਹਨ। ਅਸੀਂ ਵੀ ਲਿਖ ਸਕਦੇ ਹਾਂ ਦੋ ਰੇਖਾਖੰਡ ਸਰਬਾਂਗ ਸਮ ਹੁੰਦੇ ਹਨ ਜੇਕਰ ਉਹਨਾਂ ਦੀ ਲੰਬਾਈ ਬਰਾਬਰ ਹੋਵੇ, ਜਾਂ ਅਸੀਂ ਕਹਿ ਸਕਦੇ ਹਾਂ ਉਹਨਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਹੋਵੇ। ਉਸ ਤੋਂ ਬਾਅਦ ਦੂਜਾ ਹੈ ਸਾਡਾ, ਦੋ ਸਰਬਾਂਗ ਸਮ ਕੋਣਾਂ ਵਿੱਚੋਂ ਇੱਕ ਕੋਣ 70 ਡਿਗਰੀ ਦਾ ਹੈ ਤਾਂ ਦੂਜੇ ਦਾ ਮਾਪ ਡੈਸ਼ ਹੈ। ਅਸੀਂ ਇਹ ਵੀ ਕੀਤਾ ਸੀ ਕਿ ਮੰਨ ਲਓ ਮੇਰੇ ਦੋ ਕੋਣ ਹਨ। ਇਹ ਕੋਣ ਹੈ ਮੇਰਾ BAC, ਇਹ ਮੰਨ ਲਓ 70 ਡਿਗਰੀ ਦਾ। ਇੱਕ ਮੇਰਾ ਕੋਣ ਹੈ PQ ਤੇ R। ਮੈਂ ਕਹਿੰਦਾ ਹਾਂ ਕਿ ਕੋਣ A ਹੈ ਜਿਹੜਾ ਉਹ ਸਰਬਾਂਗ ਸਮ ਹੈ ਕੋਣ Q ਦੇ। ਹੁਣ ਅਗਰ A ਦਾ ਮਾਪ ਹੈ ਜਿਹੜਾ, ਅਸੀਂ ਇਹ ਵੀ ਕੀਤਾ ਸੀ ਵੀ ਸਰਬਾਂਗ ਸਮ ਕੋਣਾਂ ਨੂੰ ਅਸੀਂ ਬਰਾਬਰ ਕੋਣ ਵੀ ਕਹਿੰਦੇ ਹਾਂ, ਯਾਨੀ ਕਿ ਜਿਹੜਾ ਕੋਣ A ਹੈ ਕਿਸ ਦੇ ਬਰਾਬਰ ਹੋਏਗਾ? ਕੋਣ Q ਦੇ। ਹੁਣ ਅਗਰ A ਕੋਣ 70 ਡਿਗਰੀ ਦਾ ਹੈ ਤਾਂ ਕੋਣ Q ਵੀ ਕਿੰਨੇ ਦਾ ਹੋਏਗਾ? 70 ਡਿਗਰੀ ਦਾ। ਯਾਨੀ ਕਿ ਦੋ ਸਰਬਾਂਗ ਸਮ ਕੋਣਾਂ ਵਿੱਚੋਂ ਇੱਕ ਦਾ ਮਾਪ ਅਗਰ 70 ਡਿਗਰੀ ਹੈ ਤਾਂ ਦੂਜੇ ਦਾ ਮਾਪ ਵੀ ਕਿੰਨਾ ਹੋਏਗਾ? 70 ਡਿਗਰੀ ਹੋਵੇਗਾ। ਸਾਡਾ C ਹੈ, ਜਦੋਂ ਅਸੀਂ ਕੋਣ A ਬਰਾਬਰ B ਲਿਖਦੇ ਹਾਂ ਸਾਡਾ ਅਸਲ ਵਿੱਚ ਅਰਥ ਕੀ ਹੁੰਦਾ ਹੈ? ਅਸੀਂ ਹੁਣੀ ਕਰਿਆ ਹੈ ਵੀ ਦੋ ਕੋਣ ਬਰਾਬਰ ਹਨ ਤਾਂ ਇਸ ਦਾ ਮਤਲਬ ਦੋਨੇ ਕੋਣ ਆਪਸ 'ਚ ਕੀ ਹਨ? ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ, ਯਾਨੀ ਕਿ ਦੋਨੋਂ ਕੋਣ ਕੀ ਹਨ? ਸਰਬਾਂਗ ਸਮ ਹਨ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਜਦੋਂ ਅਸੀਂ ਲਿਖਦੇ ਹਾਂ ਕਿ ਦੋ ਕੋਣ ਬਰਾਬਰ ਹਨ ਤਾਂ ਇਹਦਾ ਮਤਲਬ ਦੋਨੋਂ ਕੋਣ ਕੀ ਹਨ? ਸਰਬਾਂਗ ਸਮ ਹਨ, ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ। ਜੇ ਅਸੀਂ ਇਹ ਲਿਖੀਏ ਕਿ ਦੋ ਕੋਣ ਸਰਬਾਂਗ ਸਮ ਹਨ ਤਾਂ ਇਸ ਦਾ ਮਤਲਬ ਕੀ ਹੋਏਗਾ? ਉਲਟ, ਦੋਨੋਂ ਕੋਣ ਕੀ ਹਨ? ਬਰਾਬਰ ਹਨ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਸਾਡਾ ਦੂਜਾ ਸਵਾਲ ਹੈ, ਅਸਲ ਜੀਵਨ ਨਾਲ ਸੰਬੰਧਿਤ ਸਰਬਾਂਗ ਸਮ ਆਕਾਰਾਂ ਦੀਆਂ ਕੋਈ ਦੋ ਉਦਾਹਰਨਾਂ ਦਿਓ। ਤਾਂ ਪਿਆਰੇ ਬੱਚਿਓ, ਜਦੋਂ ਵੀ ਅਸੀਂ ਲੈਕਚਰ ਸ਼ੁਰੂ ਕੀਤਾ ਸੀ ਅਸੀਂ ਕੀਤਾ ਸੀ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਵਸਤੂਆਂ ਹਨ ਜਿਹੜੀਆਂ ਸਰਬਾਂਗ ਸਮਤਾ ਨੂੰ ਦਰਸਾਉਂਦੀਆਂ ਹਨ? ਤੱਕੜੀ ਦੇ ਦੋਨੋਂ ਪੱਲੇ, ਠੀਕ ਹੈ, ਇਹ ਅਸੀਂ ਕਿਹਾ ਸੀ ਕਿ ਆਪਸ 'ਚ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਇਸੇ ਤਰ੍ਹਾਂ ਅਸੀਂ ਉਦਾਹਰਨ ਦੇ ਸਕਦੇ ਹਾਂ ਕਿ ਫੁੱਟਬਾਲ ਦੇ ਖੇਡ ਦਾ ਮੈਦਾਨ ਹੈ ਜਿਹੜਾ, ਇਸ ਦੇ ਦੋਨੋਂ ਸਾਈਡ ਅਗਰ ਅਸੀਂ ਸੈਂਟਰ ਤੋਂ ਦੇਖੀਏ, ਇਸ ਸੈਂਟਰ ਤੋਂ ਇਹ ਦੋਨੋਂ ਸਾਈਡਾਂ ਆਪਸ 'ਚ ਕੀ ਹੁੰਦੀਆਂ ਹਨ? ਸਰਬਾਂਗ ਸਮ ਹੁੰਦੀਆਂ ਹਨ। ਅਸੀਂ ਵੇਖ ਸਕਦੇ ਹਾਂ ਵੀ ਜਿਹੜੇ ਗੋਲ ਹਨ ਆਮਣੇ ਸਾਹਮਣੇ ਦੇ, ਇਹ ਵੀ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਇਸੇ ਤਰ੍ਹਾਂ ਬਾਸਕਟਬਾਲ ਦੇ ਜਿਹੜੇ ਪੋਲ ਲੱਗੇ ਹੁੰਦੇ ਹਨ ਆਮਣੇ ਸਾਹਮਣੇ, ਇਹ ਵੀ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਇਸੇ ਤਰ੍ਹਾਂ ਤਾਸ਼ ਦੀ ਗੁੱਟੀ ਦੇ ਵਿੱਚ ਜਿੰਨੇ ਵੀ ਪੱਤੇ ਹੁੰਦੇ ਹਨ ਉਹ ਕੀ ਹੁੰਦੇ ਹਨ? ਸਰਬਾਂਗ ਸਮ ਹੁੰਦੇ ਹਨ। ਸਾਡਾ ਤੀਜਾ ਸਵਾਲ ਹੈ, ਜੇਕਰ ਸੁਮੇਲ ABC FED ਦੇ ਅੰਤਰਗਤ ਤ੍ਰਿਭੁਜ ABC ਸਰਬਾਂਗ ਸਮ ਹੈ ਤ੍ਰਿਭੁਜ FED ਹੋਵੇ ਤਾਂ ਤ੍ਰਿਭੁਜ ਦੇ ਸਾਰੇ ਸੰਗਤ ਭਾਗਾਂ ਨੂੰ ਲਿਖੋ। ਦੇਖੋ ਬੱਚਿਓ, ਉਰੇ ਅਸੀਂ ਜਿਹੜਾ ਸਾਨੂੰ ਆ ਸੁਮੇਲ ਆ ਦਿੱਤਾ ਹੋਇਆ ਨਿਯਮ,
ਅਸੀਂ ਇਸ ਨਿਯਮ ਤੋਂ ਵੀ ਲਿਖ ਸਕਦੇ ਹਾਂ ਸੰਗਤ ਭਾਗ ਬਰਾਬਰ, ਜਾਂ ਅਸੀਂ ਬਣਾ ਕੇ ਵੀ ਲਿਖ ਸਕਦੇ ਹਾਂ। ਆਓ ਅਸੀਂ ਦੋਨੋਂ ਤਰ੍ਹਾਂ ਨਾਲ ਦੇਖ ਲੈਂਦੇ ਹਾਂ। ਅਗਰ ਮੰਨ ਲਓ ਮੈਂ ਇਹਨਾਂ ਦੋਨਾਂ ਦੀ ਪਿਕਚਰ ਨਹੀਂ ਬਣਾਣੀ, ਮੈਨੂੰ ਦਿੱਤਾ ABC ਸਰਵਾਂਗ ਸਮ ਹੈ ਤ੍ਰਿਭੁਜ FED, ਮੈਂ ਲਿਖਣਾ ਹੈ ਵੀ ਕਿਹੜੇ ਕਿਹੜੇ ਕੋਣ ਕੀ ਹੋਣਗੇ ਔਰ ਕਿਹੜੀ ਕਿਹੜੀਆਂ ਭੁਜਾਵਾਂ ਕੀ ਹੋਣਗੀਆਂ, ਸਰਵਾਂਗ ਸਮ ਹੋਣਗੀਆਂ। ਤਾਂ ਅਸੀਂ ਕਿਵੇਂ ਲਿਖ ਸਕਦੇ ਹਾਂ? ਤੁਸੀਂ ਪੋਜੀਸ਼ਨ ਦੇਖੋ, A ਦੇ ਪਹਿਲੀ ਪੋਜੀਸ਼ਨ ਤੇ ਆ, ਦੂਜੇ ਪਾਸੇ F ਕੀ ਹੈ ਪਹਿਲੀ ਪੋਜੀਸ਼ਨ ਤੇ, ਤਾਂ ਅਸੀਂ ਕਹਿ ਸਕਦੇ ਹਾਂ ਕੋਣ A ਬਰਾਬਰ ਹੈ ਕੋਣ F। ਸਾਡਾ ਦੂਜੀ ਪੋਜੀਸ਼ਨ ਤੇ ਕੀ ਹੈ? ਇਸ ਸਾਈਡ B ਹੈ ਤੇ ਉਸ ਸਾਈਡ ਕੀ ਹੈ? E। ਇਹਦਾ ਮਤਲਬ ਕੋਣ B ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ? ਕੋਣ E ਦੇ। ਇਸੇ ਤਰ੍ਹਾਂ ਤੀਜੀ ਪੋਜੀਸ਼ਨ ਤੇ ਕੀ ਹੈ? C, ਤਾਂ ਕੋਣ C ਬਰਾਬਰ ਹੈ ਕੋਣ D ਦੇ। ਤਾਂ ਇਸ ਤਰ੍ਹਾਂ ਅਸੀਂ ਤਿੰਨੋਂ ਜਿਹੜੇ ਕੋਣ ਹਨ ਉਹਨਾਂ ਨੂੰ ਲਿਖ ਲਿਆ। ਉਸ ਤੋਂ ਬਾਅਦ ਭੁਜਾਵਾਂ ਦੀ ਗੱਲ ਕਰੀਏ ਤਾਂ AB ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? ਇਸ ਸਾਈਡ। ਹੁਣ ਅਸੀਂ AB ਦੋਨੋਂ ਫਸਟ ਲਿੱਤੇ ਹਨ ਤਾਂ ਇਸ ਸਾਈਡ ਦੋਨੋਂ ਫਸਟ ਕੀ ਹਨ? F ਤੇ E, ਯਾਨੀ ਕਿ ਰੇਖਾਖੰਡ FE ਹੋ ਗਿਆ ਸਾਡਾ। ਇਸੇ ਤਰ੍ਹਾਂ ਅਗਰ ਅਸੀਂ BC ਦੀ ਗੱਲ ਕਰੀਏ ਤਾਂ BC ਕਿਹਦੇ ਬਰਾਬਰ ਹੋਏਗਾ? ED ਦੇ। ਹੁਣ ਇੱਕ ਜਿਹੜੀ ਸਾਡੀ ਭੁਜਾ ਰਹੇਗੀ ਉਹ ਕਿਹੜੀ ਰਹੇਗੀ? AC। ਤਾਂ ਅਸੀਂ ਸੈਂਟਰ ਵਾਲਾ B ਛੱਡਤਾ, ਇੱਧਰ ਵੀ ਅਸੀਂ ਸੈਂਟਰ ਵਾਲਾ E ਛੱਡੀਏ ਤਾਂ ਕੀ ਬਣ ਗਿਆ? FD। ਤਾਂ ਇਹ ਸਾਡੇ ਕੀ ਹੋ ਗਏ? 6 ਦੇ 6 ਸੰਗਤ ਭਾਗ ਕੀ ਹੋ ਗਏ ਸਾਡੇ? ਬਰਾਬਰ ਅਸੀਂ ਲਿਖ ਦਿੱਤੇ। ਹੁਣ ਤੁਸੀਂ ਤ੍ਰਿਭੁਜ ਦੀ ਆਕ੍ਰਿਤੀ ਬਣਾ ਕੇ ਵੀ ਕਰ ਸਕਦੇ ਹੋ। ਮੰਨ ਲਓ ਮੈਂ ਹੁਣ ਤ੍ਰਿਭੁਜ ਬਣਾਈ ABC ਤੇ ਦੂਜੀ ਤ੍ਰਿਭੁਜ ਜਦੋਂ ਬਣਾਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ। ਹੁਣ ਤੁਸੀਂ ਕੀ ਹੈ? ਐਂਟੀ ਕਲੌਕਵਾਈਜ਼ ਲਿਖਿਆ। ABC ਨੂੰ ਕੀ ਲਿਖਿਆ? ਐਂਟੀ ਕਲੌਕਵਾਈਜ਼ ਲਿਖਿਆ। ਤਾਂ ਅਸੀਂ FED ਨੂੰ ਵੀ ਕੀ ਕਰਨਾ ਹੈ? ਐਂਟੀ ਕਲੌਕਵਾਈਜ਼ ਹੀ ਲਿਖਣਾ ਹੈ। ਇਹ ਨਹੀਂ ਵੀ ਤੁਸੀਂ ਹੁਣ FED ਲਿਖਣਾ ਹੈ ਤਾਂ ਤੁਸੀਂ F ਉਰੇ ਲਿਖ ਦਿਓ, E ਉਰੇ ਲਿਖ ਦਿਓ ਤੇ D ਉਰੇ ਲਿਖ ਦਿਓ। ਫਿਰ ਤੁਹਾਡੇ ਜਿਹੜਾ ਸੰਗਤ ਭਾਗ ਬਰਾਬਰ ਕਰਨ ਵਾਲਾ ਪ੍ਰੋਸੈਸ ਹੈ ਉਹ ਗਲਤ ਹੋ ਜਾਏਗਾ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਜੇ ਤੁਸੀਂ ਜਿਹੜੀਆਂ ਵਾਰਟਿਕਸ ਹਨ, ਸਿਖਰ ਹਨ, ਉਹ ਐਂਟੀ ਕਲੌਕਵਾਈਜ਼ ਨੂੰ ਲਗਾਉਣੇ ਸ਼ੁਰੂ ਕਰੇ ਹਨ ਤਾਂ ਦੂਜੀ ਤ੍ਰਿਭੁਜ ਦੇ ਵੀ ਜਿਹੜੇ ਵਾਰਟਿਕਸ ਹਨ ਉਹ ਤੁਸੀਂ ਐਂਟੀ ਕਲੌਕਵਾਈਜ਼ ਹੀ ਲਗਾਉਣੇ ਹਨ। ਤਾਂ ਹੀ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਸੰਗਤ ਭਾਗ ਕੀ ਹੋਣਗੇ? ਬਰਾਬਰ ਹੋਣਗੇ। ਤਾਂ ਅਸੀਂ ਉਹਦੇ ਤੋਂ ਕਹਿ ਸਕਦੇ ਹਾਂ ਕਿ A ਕਿਸ ਦੇ ਬਰਾਬਰ ਹੈ? F ਦੇ। B ਕਿਸ ਦੇ ਬਰਾਬਰ ਹੈ? ਕੌਣ? E ਦੇ। C ਕਿਸ ਦੇ ਬਰਾਬਰ ਹੈ? D ਦੇ। ਇੱਦਾਂ ਹੀ AB ਜਿਹੜੀ ਭੁਜਾ ਹੈ ਉਹ ਕਿਸ ਦੇ ਬਰਾਬਰ ਹੋਏਗੀ? ਹਾਂਜੀ, FE ਦੇ। ਇੱਦਾਂ ਹੀ BC ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? ED ਦੇ। ਇੱਦਾਂ ਹੀ AC ਕਿਸ ਦੇ ਬਰਾਬਰ ਹੋਏਗੀ? FD ਦੇ। ਤਾਂ ਤੁਸੀਂ ਜਿਹੜਾ ਅਸੀਂ ਨਿਯਮ ਲਿਖਿਆ, ਨਿਯਮ ਤੋਂ ਵੀ 6 ਦੇ 6 ਸੰਗਤ ਭਾਗ ਲਿਖ ਸਕਦੇ ਹੋ, ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ? ਦੋਨੇ ਤ੍ਰਿਭੁਜਾਂ ਬਣਾ ਲਓ, ਦੇਖੋ ਕਿ ਸੰਗਤ ਭਾਗ ਕਿਹੜੇ ਕਿਹੜੇ ਬਰਾਬਰ ਹਨ। ਸਾਡਾ ਚੌਥਾ ਸਵਾਲ ਹੈ, ਜੇਕਰ ਤ੍ਰਿਭੁਜ DEF ਸਰਵਾਂਗ ਸਮ ਹੈ ਤ੍ਰਿਭੁਜ BCA ਹੋਵੇ ਤਾਂ BCA ਦੇ ਉਹਨਾਂ ਭਾਗਾਂ ਨੂੰ ਲਿਖੋ ਜਿਹੜੇ ਹੇਠ ਲਿਖਿਆਂ ਦੇ ਸੰਗਤ ਹੋਣ। ਫਿਰ ਉਹੀ ਗੱਲ, ਅਸੀਂ ਸਿੰਪਲ ਕੀ ਹੈ, ਜੋ ਸਾਡਾ ਨਿਯਮ ਲਿਖਿਆ ਉਸ ਨਿਯਮ ਦੇ ਅਨੁਸਾਰ ਵੀ ਚੱਲ ਸਕਦੇ ਹਾਂ, ਜਾਂ ਫਿਰ ਅਸੀਂ ਦੋਨੋਂ ਤ੍ਰਿਭੁਜਾਂ ਵੀ ਬਣਾ ਸਕਦੇ ਹਾਂ। ਆਓ ਅਸੀਂ ਤ੍ਰਿਭੁਜਾਂ ਵੀ ਬਣਾ ਲੈਂਦੇ ਹਾਂ। ਫਿਰ ਉਹੀ ਗੱਲ, ਹੁਣ ਮੈਂ ਲਿਖਿਆ DE ਤੇ F, ਮੈਂ ਕਿਸ ਸਾਈਡ ਨੂੰ ਲਿਖਿਆ? ਐਂਟੀ ਕਲੌਕਵਾਈਜ਼। ਇਸੇ ਤਰ੍ਹਾਂ ਅਗਰ ਮੈਂ ਹੁਣ BCA ਲਿਖਣਾ ਹੈ ਤਾਂ ਇਹ ਵੀ ਮੈਂ ਕੀ ਕਰੂੰਗਾ? ਐਂਟੀ ਕਲੌਕਵਾਈਜ਼ ਹੀ ਲਿਖੂੰਗਾ। ਹੁਣ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ E ਹੈ, ਪਹਿਲਾਂ ਅਸੀਂ ਨਿਯਮ ਦੇ ਅਨੁਸਾਰ ਚੱਲਦੇ ਹਾਂ। ਕੌਣ E ਹੈ ਜਿਹੜਾ ਉਹ ਕਿਸ ਦੇ ਬਰਾਬਰ ਆਏਗਾ? ਹਾਂਜੀ, C ਦੇ। ਤਾਂ ਅਸੀਂ ਉਰੇ ਵੀ ਦੇਖ ਲੈਂਦੇ ਹਾਂ, ਜਿਹੜਾ E ਹੈ ਉਹ ਕਿਸ ਦੇ ਬਰਾਬਰ ਆਇਆ? C ਦੇ। ਇੱਦਾਂ ਹੀ EF ਭੁਜਾ ਹੈ ਜਿਹੜੀ EF, ਇਸ ਨਿਯਮ ਦੇ ਅਨੁਸਾਰ ਕਿਸ ਦੇ ਬਰਾਬਰ ਆ ਰਹੀ ਹੈ? CA ਦੇ। ਉਰੇ ਵੀ ਦੇਖੀਏ, EF ਹੈ ਜਿਹੜੀ ਉਹ ਕਿਸ ਦੇ ਬਰਾਬਰ ਆ ਗਈ? CA ਦੇ। ਇਹਦਾ ਮਤਲਬ ਇਹ ਵੀ ਸਹੀ ਹੋ ਗਿਆ ਸਾਡਾ। ਉਸ ਤੋਂ ਬਾਅਦ ਜਿਹੜਾ F ਹੈ ਥਰਡ ਪੋਜੀਸ਼ਨ ਤੇ ਹੈ, F ਕਿਸ ਦੇ ਬਰਾਬਰ ਹੋਏਗਾ? A ਦੇ। ਉਰੇ ਦੇਖੀਏ F ਕਿਸ ਦੇ ਬਰਾਬਰ ਹੈ? A ਦੇ। ਇਹਦਾ ਮਤਲਬ ਕੌਣ F ਕਿਸ ਦੇ ਬਰਾਬਰ ਹੋ ਗਿਆ? ਕੌਣ A ਦੇ। ਇੱਦਾਂ ਹੀ ਚੌਥਾ DF,
ਅਗਰ ਅਸੀਂ DF ਦੇਖੀਏ ਤਾਂ BA ਦੇ, DF ਹੈ ਜਿਹੜੀ BA ਦੇ। ਤਾਂ ਬਾਕੀ ਜਿਹੜੇ ਸੰਗਤ ਭਾਗ ਬਚ ਗਏ ਉਹ ਵੀ ਕੀ ਹੋਣਗੇ, ਬਰਾਬਰ ਹੋਣਗੇ। ਹੁਣ ਤੁਸੀਂ ਦੱਸ ਸਕਦੇ ਹੋ ਬਾਕੀ ਸੰਗਤ ਭਾਗ ਕਿਹੜੇ ਕਿਹੜੇ ਰਹਿ ਗਏ। ਦੇਖੋ ਦੋ ਕੋਣ ਤਾਂ ਆ ਗਏ ਸਾਡੇ ਕੋਲ। ਕਿਹੜੇ ਕਿਹੜੇ ਕੋਣ ਆ ਗਏ? ਕੋਣ E ਵੀ ਆ ਗਿਆ ਤੇ ਕੋਣ F ਵੀ ਆ ਗਿਆ। ਤਾਂ ਕਿਹੜਾ ਕੋਣ ਬਚ ਗਿਆ ਸਾਡਾ? D। ਤਾਂ ਅਸੀਂ ਕਹਿ ਸਕਦੇ ਹਾਂ ਕੋਣ D ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? ਕੋਣ B ਦੇ। ਇਸੇ ਤਰ੍ਹਾਂ ਸਾਡੀ ਇੱਕ ਭੁਜਾ ਵੀ ਰਹਿੰਦੀ ਹੈ। ਕਿਹੜੀ ਭੁਜਾ ਰਹੇਗੀ? ਦੇਖੋ EF ਹੋਗੀ ਸਾਡੀ ਭੁਜਾ ਤੇ DF ਹੋਗੀ, ਤੇ ਇੱਕ ਭੁਜਾ ਕਿਹੜੀ ਬਚ ਗਈ ਸਾਡੀ? DE। ਤਾਂ ਮਤਲਬ DE ਭੁਜਾ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਏਗੀ? BC ਭੁਜਾ ਦੇ। ਤਾਂ ਪਿਆਰੇ ਬੱਚਿਓ, ਹੁਣ ਤੁਸੀਂ ਪਤਾ ਕਰ ਲਿਆ ਕਿ ਅਗਰ ਦੋ ਤ੍ਰਿਭੁਜਾਂ ਸਰਬੰਗ ਸਮ ਹਨ ਤਾਂ ਉਹਨਾਂ ਦੇ 6 ਸੰਗਤ ਭਾਗ ਬਰਾਬਰ ਹੋਣੇ ਚਾਹੀਦੇ ਹਨ। ਉਹ 6 ਸੰਗਤ ਭਾਗ ਕਿਹੜੇ ਹਨ? 6 ਕੋਣ ਯਾਦ ਰੱਖਣਾ, ਤੁਸੀਂ ਯਾਦ ਰੱਖਣਾ ਹੈ। ਅਗਰ ਦੋ ਤ੍ਰਿਭੁਜਾਂ ਸਰਬੰਗ ਸਮ ਹਨ ਤਾਂ ਉਹਨਾਂ ਦੇ 6 ਸੰਗਤ ਭਾਗ ਕੀ ਹੋਣਗੇ? ਬਰਾਬਰ ਹੋਣਗੇ। ਉਹ 6 ਸੰਗਤ ਭਾਗ ਕਿਹੜੇ ਹਨ? 3 ਕੋਣ ਤੇ 3 ਭੁਜਾਵਾਂ, ਕਿਉਂਕਿ ਇੱਕ ਤ੍ਰਿਭੁਜ ਦੀਆਂ 3 ਕੋਣ ਹੁੰਦੇ ਹਨ ਤੇ 3 ਭੁਜਾਵਾਂ ਹੁੰਦੀਆਂ ਹਨ। ਤਾਂ ਅਸੀਂ ਕਹਿ ਸਕਦੇ ਹਾਂ ਕਿ ਦੋ ਤ੍ਰਿਭੁਜਾਂ ਸਰਬੰਗ ਸਮ ਹਨ ਤਾਂ ਉਹਨਾਂ ਦੇ ਵਿੱਚ ਤਿੰਨੋਂ ਕੋਣ ਤੇ ਤਿੰਨੋਂ ਭੁਜਾਵਾਂ, ਸੰਗਤ ਭੁਜਾਵਾਂ ਤੇ ਸੰਗਤ ਕੋਣ ਕੀ ਹੋਣੇ ਚਾਹੀਦੇ ਹਨ? ਬਰਾਬਰ ਹੋਣੇ ਚਾਹੀਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਾਨੂੰ ਹਰ ਵਾਰ 6 ਸੰਗਤ ਭਾਗ ਸਿੱਧ ਕਰਨੇ ਪੈਣਗੇ? ਵੀ ਮੰਨ ਲਓ ਮੈਂ ਦੋ ਤ੍ਰਿਭੁਜਾਂ ਨੂੰ ਸਰਵਾਂਗ ਸਮ ਸਿੱਧ ਕਰਨਾ ਹੈ ਤਾਂ ਕੀ ਹਰ ਵਾਰ ਮੈਨੂੰ ਇਹ ਦੇਖਣਾ ਪਊਗਾ ਵੀ ਤਿੰਨੋਂ ਕੋਣ ਜਾਂ ਤਿੰਨੋਂ ਭੁਜਾਵਾਂ ਬਰਾਬਰ ਹਨ ਜਾਂ ਨਹੀਂ, ਤਾਂ ਜਾ ਕੇ ਤ੍ਰਿਭੁਜਾਂ ਸਰਵਾਂਗ ਸਮ ਹੋਣਗੀਆਂ? ਕਿ ਕੋਈ ਸ਼ਾਰਟਕਟ ਵੀ ਹੈ ਜਿਸ ਦੇ ਨਾਲ ਇਹ ਪਤਾ ਲੱਗ ਜਾਵੇ ਕਿ ਸਾਡੀਆਂ ਜਿਹੜੀਆਂ ਤ੍ਰਿਭੁਜਾਂ ਹਨ ਉਹ ਸਰਵਾਂਗ ਸਮ ਹਨ ਜਾਂ ਨਹੀਂ? ਤਾਂ ਹਾਂ, ਸਾਨੂੰ 6 ਭਾਗ ਹੈ ਜਿਹੜੇ ਹਰ ਵਾਰ ਸਿੱਧ ਕਰਨ ਦੀ ਲੋੜ ਨਹੀਂ। ਤ੍ਰਿਭੁਜਾਂ ਦੀ ਸਰਬ ਸਮਤਾ ਪਰਖਣ ਲਈ ਸਾਡੇ ਕੋਲ ਕੁਝ ਮਾਪਦੰਡ ਵੀ ਹਨ। ਉਹ ਕਿਹੜੇ ਮਾਪਦੰਡ ਹਨ? ਸਾਡਾ ਹੈ ਪਹਿਲਾ SSS, ਜਿਸ ਨੂੰ ਅਸੀਂ ਭੁਜਾ ਸਰਬ ਸਮਤਾ ਨਿਯਮ ਬੋਲਦੇ ਹਾਂ, ਜਾਂ ਅਸੀਂ ਸਾਈਡ ਵੀ ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ਇੱਦਾਂ ਹੀ ਦੂਜਾ ਜਿਹੜਾ ਸਾਡਾ ਨਿਯਮ ਹੈ ਉਹ ਹੈ SAS, ਭੁਜਾ ਕੋਣ ਭੁਜਾ, ਸਾਈਡ ਐਂਗਲ ਸਾਈਡ, ਕੌਨਗਰੈਂਸੀ ਨਿਯਮ। ਉਸ ਤੋਂ ਬਾਅਦ ਸਾਡਾ ਥਰਡ ਹੈ ਜਿਹੜਾ ਉਹ ਹੈ ASA, ਯਾਨੀ ਕਿ ਐਂਗਲ ਸਾਈਡ ਐਂਗਲ। ਇਸੇ ਤਰ੍ਹਾਂ ਸਾਡਾ ਜਿਹੜਾ ਚੌਥਾ ਨਿਯਮ ਹੈ ਉਹ ਕੀ ਹੈ? RHS, ਯਾਨੀ ਕਿ ਸਾਡੇ ਕੋਲ ਅਸੀਂ ਜਦੋਂ ਸਮਕੋਣ ਤ੍ਰਿਭੁਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਜਿਹੜਾ ਨਿਯਮ ਹੈ ਇਹ ਯੂਜ਼ ਕਰਦੇ ਹਾਂ। RHS ਨਿਯਮ ਹੈ ਜਿਹੜਾ ਯੂਜ਼ ਕਰਦੇ ਹਾਂ, ਰਾਈਟ ਐਂਗਲ ਹਾਈਪੋਟਿਨਿਊਜ਼ ਐਂਡ ਅਨਦਰ ਸਾਈਡ। ਤਾਂ ਅਗਰ ਅਸੀਂ ਕਿਸੇ ਵੀ ਦੋ ਤ੍ਰਿਭੁਜਾਂ ਨੂੰ ਸਰਵਾਂਗ ਸਮ ਸਿੱਧ ਕਰਨਾ ਹੈ ਤਾਂ ਸਾਨੂੰ ਹਰ ਵਾਰ 6 ਸੰਗਤ ਭਾਗ ਸਾਨੂੰ ਸਿੱਧ ਕਰਨ ਦੀ ਲੋੜ ਨਹੀਂ। ਅਸੀਂ 3 ਸੰਗਤ ਭਾਗਾਂ ਦੇ ਨਾਲ ਵੀ ਕਿਸੇ ਵੀ ਤ੍ਰਿਭੁਜ ਨੂੰ ਸਰਵਾਂਗ ਸਮ ਸਿੱਧ ਕਰ ਸਕਦੇ ਹਾਂ। ਹੁਣ ਕੀ 6 ਤੋਂ ਘੱਟ ਵੀ ਅਸੀਂ ਕਰ ਸਕਦੇ ਹਾਂ? ਤਾਂ ਅਸੀਂ ਕਿਹਾ 3। ਕੀ 3 ਤੋਂ ਘੱਟ ਵੀ ਕੋਈ ਨਿਯਮ ਹੋ ਸਕਦਾ ਹੈ? ਅਸੀਂ ਦੇਖਦੇ ਹਾਂ। ਮੰਨ ਲਓ ਮੇਰੇ ਕੋਲ ਇਹ ਦੋ ਤ੍ਰਿਭੁਜਾਂ ਹਨ। ਇਹ ਦੋਨੇ ਤ੍ਰਿਭੁਜਾਂ ਦੀਆਂ ਇੱਕ ਸਾਈਡ ਮੈਂ ਬਰਾਬਰ ਕਰ ਲਈ। ਦੋਨੇ ਤ੍ਰਿਭੁਜਾਂ ਦੀ ਜਿਹੜਾ ਆਧਾਰ ਹੈ ਇਹ ਮੈਂ ਕਿਹਾ ਬਰਾਬਰ ਹੈ। ਹੁਣ ਕੀ ਇਹ ਸਰਵਾਂਗ ਸਮ ਹਨ? ਆਓ ਦੇਖੀਏ। ਨਹੀਂ। ਦੇਖੋ ਸਾਈਡ ਤਾਂ ਪੂਰੀ ਤਰ੍ਹਾਂ ਢੱਕ ਲਈ ਜਿਹੜੀ ਅਸੀਂ ਕਿਹਾ ਬਰਾਬਰ ਹੈ, ਪਰ ਇਹਨਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਨਹੀਂ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਭੁਜਾ ਦੇ ਨਾਲ ਅਸੀਂ ਕਿਸੇ ਵੀ ਤ੍ਰਿਭੁਜਾਂ ਨੂੰ ਸਰਵਾਂਗ ਸਮ ਸ਼ੋ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਗਰ ਇੱਕ ਕੋਣ ਦੀ ਗੱਲ ਕਰੀਏ ਵੀ ਇਹ ਕੋਣ 90 ਡਿਗਰੀ ਹੈ, ਇਸ ਦੇ ਵਿੱਚ ਇਹ ਕੋਣ ਵੀ ਕੀ ਹੈ? 90 ਡਿਗਰੀ ਹੈ। ਕੀ ਹੁਣ ਇਹ ਤ੍ਰਿਭੁਜਾਂ ਸਰਵਾਂਗ ਸਮ ਹੋਣਗੀਆਂ? ਨਹੀਂ। ਇੱਕ ਕੋਣ ਦੇ ਨਾਲ ਵੀ ਅਸੀਂ ਤ੍ਰਿਭੁਜਾਂ ਨੂੰ ਸਰਵਾਂਗ ਸਮ ਸ਼ੋ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਵੀ ਕਿਸੇ ਵੀ ਇੱਕ ਸੰਗਤ ਭਾਗ ਦੇ ਨਾਲ ਅਸੀਂ ਦੋ ਤ੍ਰਿਭੁਜਾਂ ਨੂੰ ਸਰਵਾਂਗ ਸਮ ਸ਼ੋ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਗਰ ਅਸੀਂ ਦੋ ਸੰਗਤ ਭਾਗਾਂ ਦੀ ਗੱਲ ਕਰੀਏ, ਦੇਖੋ ਇਹ ਦੋ ਤ੍ਰਿਭੁਜਾਂ ਹਨ, ਇਹਨਾਂ ਦੇ ਦੋ ਸੰਗਤ ਭਾਗ ਬਰਾਬਰ ਹਨ। ਇਸ ਦੀ ਇਹ ਜਿਹੜੀ ਸਾਈਡ ਹੈ ਕਿੰਨੀ ਹੈ? 6 ਸੈਂਟੀਮੀਟਰ ਹੈ। ਇਸ ਦੀ ਇਹ ਸਾਈਡ ਕੀ ਹੈ? 6 ਸੈਂਟੀਮੀਟਰ ਬਰਾਬਰ ਹੋਗੀ। ਅਗਰ ਅਸੀਂ ਕਹੀਏ ਕਿ ਇਹ ਤ੍ਰਿਭੁਜ ABC ਹੈ, ਇਹ ਸਾਡੀ DEF ਹੈ,
ਅਸੀਂ ਕਿਹਾ ਵੀ AB ਭੁਜਾ ਹੈ ਜਿਹੜੀ ਉਹ DE ਦੇ ਬਰਾਬਰ ਹੈ ਤੇ AC ਜਿਹੜੀ ਹੈਗੀ ਹੈ ਉਹ DF ਦੇ ਬਰਾਬਰ ਹੈ, ਕਿਉਂਕਿ ਇਹ ਵੀ 7 ਸੈਂਟੀਮੀਟਰ ਹੈ ਤੇ ਇਹ ਵੀ 7 ਸੈਂਟੀਮੀਟਰ ਹੈ। ਪਰ ਇਹ ਤ੍ਰਿਭੁਜਾਂ ਦਾ ਆਕਾਰ ਤੇ ਮਾਪ ਕੀ ਹੈ, ਅਲੱਗ-ਅਲੱਗ ਹੈ, ਇੱਕ ਦੂਜੇ ਨੂੰ ਨਹੀਂ ਢੱਕਦੀਆਂ, ਤਾਂ ਇਹ ਸਰਬਾਂਗ ਸਮ ਨਹੀਂ ਹੈ। ਯਾਨੀ ਕਿ ਦੋ ਸਾਈਡਾਂ ਲੈ ਕੇ ਵੀ ਅਸੀਂ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਨਹੀਂ ਕਰ ਸਕਦੇ। ਇਸੇ ਤਰ੍ਹਾਂ ਅਗਰ ਦੋ ਕੋਣਾਂ ਦੀ ਗੱਲ ਕਰੀਏ, ਇਹ ਕੋਣ ਫਿਰ ਉਹੀ ਅਸੀਂ ਇਹਨੂੰ PQR XYZ, ਇਹ ਸਾਡੀਆਂ ਦੋ ਤ੍ਰਿਭੁਜਾਂ ਹੋ ਗਈਆਂ। ਅਸੀਂ ਕਹਿੰਦੇ ਆ ਕੋਣ P ਹੈ ਜਿਹੜਾ ਉਹ ਕੋਣ X ਦੇ ਬਰਾਬਰ ਹੈ, ਕੋਣ Q ਹੈ ਜਿਹੜਾ ਉਹ ਕੋਣ Y ਦੇ ਬਰਾਬਰ ਹੈ। ਪਰ ਇਹ ਜਿਹੜੀਆਂ ਤ੍ਰਿਭੁਜਾਂ ਹੈ ਇਹ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਹੀਂ ਢੱਕ ਰਹੀਆਂ, ਤਾਂ ਇਹਦਾ ਮਤਲਬ ਕੀ ਹੈ, ਇਹ ਤ੍ਰਿਭੁਜਾਂ ਕੀ ਹੈ, ਸਰਬਾਂਗ ਸਮ ਨਹੀਂ ਹਨ। ਤਾਂ ਇਸ ਦਾ ਮਤਲਬ ਇਹ ਹੈ ਕਿ ਅਗਰ ਅਸੀਂ ਨੇ ਕੋਈ ਵੀ ਦੋ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਕਰਨਾ ਹੈ ਤਾਂ ਘੱਟ ਤੋਂ ਘੱਟ ਸਾਨੂੰ ਕਿੰਨੇ ਸੰਗਤ ਭਾਗਾਂ ਦੀ ਲੋੜ ਹੈ, 3 ਸੰਗਤ ਭਾਗਾਂ ਦੀ। ਉਹ 3 ਸੰਗਤ ਭਾਗ ਅਸੀਂ ਕਿਹੜੇ ਕਿਹੜੇ ਕਰੇ ਆ ਵੀ, ਜਾਂ ਤਾਂ ਸਾਡਾ ਤਿੰਨੋਂ ਸਾਈਡਾਂ ਹੋ ਜਾਣ, ਜਾਂ ਸਾਈਡ ਐਂਗਲ ਸਾਈਡ, ਠੀਕ ਹੈ, ਦੋਨੋਂ ਸਾਈਡਾਂ ਤੇ ਉਹਨਾਂ ਦੇ ਅੰਤਰਗਤ ਕੋਣ, ਜਾਂ ਦੋਨੋਂ ਐਂਗਲ ਉਹਨਾਂ ਦੇ ਅੰਤਰਗਤ ਸਾਈਡ, ਜਾਂ ਫਿਰ RHS, ਇਹ ਅਸੀਂ ਕਿਹਾ ਸੀ ਵੀ ਜਿੱਥੇ ਸਾਡੀ ਸਮਭੁਜੀ ਤ੍ਰਿਭੁਜ ਹੈ ਇਹ ਨਿਯਮ ਹੈ ਜਿਹੜਾ ਉੱਥੇ ਲੱਗੇਗਾ। ਯਾਨੀ ਕਿ ਅਗਰ ਅਸੀਂ ਕਿਸੇ ਵੀ ਦੋ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਕਰਨਾ ਹੈ ਤਾਂ ਉਹਨਾਂ ਦੇ 6 ਸੰਗਤ ਭਾਗ ਤਾਂ ਬਰਾਬਰ ਹੋਣੇ ਹੀ ਚਾਹੀਦੇ ਹਨ। ਪਰ ਜੇਕਰ ਅਸੀਂ ਇਹ ਸਿੱਧ ਕਰਨਾ ਹੈ ਕਿ ਦੋ ਤ੍ਰਿਭੁਜਾਂ ਸਰਬਾਂਗ ਸਮ ਹਨ ਤਾਂ ਸਾਨੂੰ ਘੱਟੋ ਘੱਟ ਕਿੰਨੇ ਭਾਗਾਂ ਦੀ ਲੋੜ ਹੈ, 3 ਦੀ। ਅਸੀਂ ਇੱਕ ਭਾਗ ਦੇ ਨਾਲ ਵੀ ਸ਼ੋ ਨਹੀਂ ਕਰ ਸਕਦੇ, ਦੋ ਭਾਗਾਂ ਦੇ ਨਾਲ ਵੀ ਸ਼ੋ ਨਹੀਂ ਕਰ ਸਕਦੇ। ਕਿੰਨੇ ਭਾਗ ਲੈਣੇ ਪੈਣਗੇ, 3 ਭਾਗ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਤ੍ਰਿਭੁਜਾਂ ਦੀ ਸਰਬਕ ਸਮਤਾ ਲਈ ਜਿਹੜੀ ਕਸੌਟੀ ਹੈ ਉਹ ਪਤਾ ਲੱਗ ਗਈਆਂ। 4 ਕਸੌਟੀਆਂ ਕਿਹੜੀਆਂ ਹਨ। ਆਪਾਂ ਅਗਲੇ ਲੈਕਚਰ ਦੇ ਵਿੱਚ ਇਹਨਾਂ ਨੂੰ 1 ਬਾਏ 1 ਜਿਹੜਾ ਹੈ ਡਿਸਕਸ ਕਰਾਂਗੇ। ਧੰਨਵਾਦ।